ਭਾਰਤ ਮਾਤਾ ਕੀ ਜੈ। ਕੱਲ ਪਰਸੋਂ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਪੈਰਾ ਮਿਲਟਰੀ ਫੋਰਸ ਤੇ ਸੈਨਾ ਦੇ ਜਵਾਨਾਂ ਦੀਆਂ, ਜੋ ਆਪੋ ਆਪਣੀਆਂ ਤਕਲੀਫਾਂ ਸਰਕਾਰਾਂ ਨੂੰ ਸੁਣਾ ਰਹੇ ਹਨ। ਬਹੁਤ ਸੋਹਣੀਆਂ ਵੀਰਾਂ ਨੇ ਵੀਡੀਓ ਪਾਈਆਂ, ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੇ ਵੀ ਤੇ ਸੈਨਾ ਦੇ ਜਵਾਨਾਂ ਨੇ ਵੀ। ਆਪਣਾ ਦੁੱਖ ਜਿੰਨੀ ਦੇਰ ਕੋਈ ਨਾ ਦੱਸੇ ਤੇ ਨਹੀਂ ਪਤਾ ਲੱਗਦਾ। ਜਿੱਦਾਂ ਪਿਛਲੇ ਦਿਨੀ ਵੀ ਰਾਣਾ ਗੁਰਜੀਤ ਜੀ ਨੇ ਸਟੇਟਮੈਂਟ ਦਿੱਤੀ ਸੀ ਕਿ ਮੈਂ ਸੋਸ਼ਲ ਮੀਡੀਆ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਹਜੂਰ ਸਾਹਿਬ ਦੀਆਂ ਸੰਗਤਾਂ ਦੀ ਆਹ ਪ੍ਰੋਬਲਮ ਹੈ, ਤੇ ਮੈਂ ਉਸੇ ਵੇਲੇ ਹੀ ਆਪਣੀ ਗੱਡੀ ਚੱਕ ਕੇ ਤੇ ਸੰਗਤਾਂ ਦੇ ਵਿੱਚ ਚਲ ਗਿਆ। ਉਹਨਾਂ ਨੇ, ਰਾਣਾ ਗੁਰਜੀਤ ਜੀ ਨੇ ਉਹ ਕੰਮ ਕਰਕੇ ਦਿਖਾ ਦਿੱਤਾ ਜੋ ਚਾਹੀਦਾ ਸੀ, ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਸਾਂਭਿਆ ਤੇ ਆਪਣੀ ਜ਼ਿੰਮੇਵਾਰੀ ਸਾਂਭੀ। ਪੈਰਾ ਮਿਲਟਰੀ ਫੋਰਸ ਤੇ ਸੈਨਾ ਦੇ ਜਵਾਨਾਂ ਦੀਆਂ ਵੀਡੀਓ ਦੇਖ ਕੇ ਬਹੁਤ ਹੀ ਦਿਲ ਨੂੰ ਬੜੀ ਇੱਕ ਦੁੱਖ ਵੀ ਲੱਗਦਾ ਈ ਵੀ ਦੇਖ ਲਓ, ਜਿਹੜਾ ਇੱਕ ਸੈਨਾ ਦਾ ਜਵਾਨ, ਜਿਹੜਾ ਇੱਕ ਫੌਜੀ ਬੰਦਾ ਈ ਜਾਂ ਪੈਰਾ ਮਿਲਟਰੀ ਦਾ ਜਾਂ ਸੈਨਾ ਦਾ ਈ, ਉਹਨੂੰ ਕੋਰਟ ਵਿੱਚ ਜਾਣ ਦੀਆਂ ਕਿਉਂ ਲੋੜਾਂ ਪਈਆਂ? ਜਿਹੜੇ ਬੰਦੇ ਨੇ ਸਾਰੀ ਉਮਰ ਦੇਸ਼ ਲਈ ਆਪਣੀ ਸਾਰੀ ਜਵਾਨੀ, ਜਿਨ ਦੇਸ਼ ਦੇ ਖਾਤਰ ਨੌਕਰੀ ਕਰਕੇ ਆਪਣੇ ਬੱਚਿਆਂ ਦਾ ਵੀ ਪੇਟ ਭਰਦਾ ਸੀ ਤੇ ਦੇਸ਼ ਦੀ ਰਾਖੀ ਵੀ ਕਰਦਾ ਹੈ। ਜਿਹੜਾ ਬੰਦਾ 60 ਸਾਲ ਦੀ ਜਦੋਂ ਉਮਰ ਹੋ ਜਾਂਦੀ ਹੈ ਤੇ ਵਾਪਸ ਆਪਣੇ ਘਰ ਆਉਂਦਾ ਕਿ ਮੈਨੂੰ ਪੈਨਸ਼ਨ ਲੱਗ ਜਾਣੀ ਹੈ ਤੇ ਮੈਂ ਹੁਣ ਆਪਣੇ ਬੱਚਿਆਂ ਵਿੱਚ ਜਾਵਾਂ, ਤੇ ਜਿਹੜੀ ਉਮਰ ਹੁੰਦੀ ਹੈ ਉਹ ਸਾਰੀ ਉਹ ਮਹਿਕਮਿਆਂ 'ਚ ਗਾਲ ਦਿੰਦਾ ਹੈ। ਉਹਦਾ ਰਿਜ਼ਲਟ ਵੀ ਕੀ ਆਉਂਦਾ ਈ ਵੀ ਹੁਣ ਤੇ ਹਾਲਾਤ ਇਦਾਂ ਦੇ ਬਣ ਗਏ ਹੈ ਕਿ ਪਹਿਲਾਂ ਤੇ ਜਵਾਨਾਂ ਨੂੰ ਪੈਨਸ਼ਨਾਂ ਮਿਲਦੀਆਂ ਸੀ ਤੇ ਕੁਝ ਸਹਾਰਾ ਹੁੰਦਾ ਏ, ਪਰ ਹੁਣ ਦੀਆਂ ਸਰਕਾਰਾਂ ਨੇ ਉਹ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ ਤੇ ਕੋਈ ਸਹਾਰਾ ਵੀ ਨਹੀਂ ਰਿਹਾ ਵੀ ਹੁਣ ਆਪਾਂ ਕਾਹਦੇ ਸਹਾਰੇ ਤੇ ਜਿਹੜਾ ਬੁਢਾਪਾ ਈ ਉਹ ਬਤੀਤ ਕਰਾਂਗੇ, ਜਾਂ ਆਪਣੇ ਬੱਚਿਆਂ ਨੂੰ, ਆਪਣੀ ਵਾਈਫ ਨੂੰ ਉਹ ਕਿਹਦੇ ਸਹਾਰੇ ਆਪਾਂ ਉਹਨਾਂ ਨੂੰ ਰੋਟੀ ਖਵਾਵਾਂਗੇ। ਉਹ ਕੁਦਰਤ ਦੇ ਹੱਥ ਹੈ ਵੀ ਕਿਸੇ ਦੇ ਬੱਚੇ ਸੈੱਟ ਹੋ ਜਾਣ ਤੇ ਰੋਟੀ ਖਾ ਲੂਗਾ, ਨਹੀਂ ਤੇ ਜੋ ਲੋਕ ਪੈਨਸ਼ਨਾਂ ਤੇ ਡਿਪੈਂਡ ਹੈ, CRPX ਮੈਨ ਵੈਲਫੇਅਰ ਐਸੋਸੀਏਸ਼ਨ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿਉਂ ਕਿੱਦਾਂ ਲੋਕੀ ਇੱਕ ਥੋੜ੍ਹੇ ਥੋੜ੍ਹੇ ਪੈਸਿਆਂ ਵਿੱਚ ਆਪਣੇ ਟੱਬਰ ਦਾ ਗੁਜ਼ਾਰਾ ਕਰ ਰਹੇ ਆ ਤੇ ਕਿੱਦਾਂ ਉਹ ਆਪਣੇ ਟੱਬਰ ਪਾਲ ਰਹੇ ਆ। CRPX ਮੈਨ ਵੈਲਫੇਅਰ ਐਸੋਸੀਏਸ਼ਨ ਹਰ ਮਹੀਨੇ ਮੀਟਿੰਗ ਵੀ ਕਰਦੀ ਹੈ, ਪੈਨਸ਼ਨਰਾਂ ਦੀਆਂ ਤਕਲੀਫਾਂ ਵੀ ਸੁਣਦੇ ਆ, ਅਫਸਰ ਸਾਹਿਬਾਨ ਉੱਥੇ ਉਹਨਾਂ ਦੇ ਹੱਲ ਵੀ ਕਰਦੇ ਆ, ਸਾਰਾ ਕੁਝ ਹੁੰਦਾ ਹੈ। ਪਰ ਜਦੋਂ ਜਵਾਨ ਇੱਕ ਉਮੀਦ ਲਾ ਕੇ ਘਰ ਜਾਂਦਾ, ਉਹਨੂੰ ਪੈਨਸ਼ਨ ਵੀ ਨਹੀਂ ਮਿਲਦੀ, ਉਹ ਬੰਦਾ ਡਾਮਾਡੋਲ ਹੋ ਕੇ ਰਹਿ ਜਾਂਦਾ ਕਿ ਮੈਂ ਹੁਣ ਕਾਹਦੇ ਜੋਗਾ ਰਹਿ ਗਿਆ। ਉਹੀ ਜਵਾਨ ਨੇ ਹੁਣ ਜਿਹੜੀ ਉਹਨੂੰ ਕੋਰਟ ਵਿੱਚ ਜਾਣ ਦੀ ਉਹਨੂੰ ਲੋੜ ਪਈ ਵੀ ਸਾਡੇ ਸਰਕਾਰ ਨੇ ਪੈਨਸ਼ਨਾਂ ਵਾਲੀ ਤੇ ਗੱਲ ਹੀ ਪਾਸੇ ਰਹਿ ਜਾਂਦੀ ਹੈ ਵੀ ਸਾਡੇ DA ਤੇ ਵੀ ਇਹਨਾਂ ਨੇ ਬ੍ਰੇਕ ਲਾਤੀ। ਇੱਕ ਜਵਾਨ ਨੂੰ ਕੋਰਟ ਵਿੱਚ ਜਾਣ ਦੀ ਕਿਉਂ ਲੋੜ ਪਈ? ਕੋਰਟਾਂ ਤੇ ਪਹਿਲਾਂ ਹੀ ਬਹੁਤ ਬਿਜੀ ਹੈ ਤੇ ਕੋਰਟਾਂ ਕੋਲੋਂ ਹੋਰ ਬਹੁਤ ਕੰਮ ਹੈ। ਜੇ ਇੱਕ ਫੌਜੀ ਬੰਦੇ ਨੇ ਵੀ ਆਪਣਾ ਹੱਕ ਮੰਗਣਾ ਤੇ ਉਹ ਵੀ ਕੋਰਟ ਵਿੱਚੋਂ ਜਾ ਕੇ ਮੰਗੇ, ਤੇ ਇਹ ਸਰਕਾਰਾਂ ਲਈ ਕੋਈ ਬਹੁਤ ਚੰਗਾ ਸੰਦੇਸ਼ਾ ਨਹੀਂ ਹੈ। ਇਹ ਕੋਈ ਚੰਗੀ ਗੱਲ ਨਹੀਂ ਹੈ ਵੀ ਜੇ ਕੋਰਟ ਵਿੱਚੋਂ ਹੀ ਆਪਾਂ ਹਰ ਚੀਜ਼ਾਂ ਲੈਣੀਆਂ, ਤੇ ਕੋਰਟ ਵਿੱਚ ਫਿਰ ਜਵਾਨ ਜੇ ਜਾਣ ਲੱਗ ਪਏ, ਉਹਨਾਂ ਦੇ ਜਿਹੜੇ ਜਵਾਬ ਦੇਣੇ ਬੜੇ ਔਖੇ ਹੋ ਜਾਣੇ। ਕਿਉਂ ਫੌਜੀ ਬੰਦੇ ਸਾਰੀ ਉਮਰ ਸੇਵਾ ਕਰਦੇ ਆ ਤੇ ਜਦੋਂ ਉਹਨਾਂ ਦੀ ਭਾਵਨਾ ਨੂੰ ਜੇ ਠੇਸ ਲੱਗਦੀ ਹੈ। ਪਰ ਮੈਂ ਇਹ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ DA ਦੀ ਜਾਂ ਪੈਨਸ਼ਨਾਂ ਬੰਦ ਕਰਨੀਆਂ, ਤੁਸੀਂ ਇਲੈਕਸ਼ਨ ਲੜਦੇ ਹੋ, ਇੱਕ ਵੋਟਾਂ ਦੇ ਨਾਲ ਲੜਦੇ ਹੋ, ਤੇ ਤੁਸੀਂ ਜੇ DA ਵੀ ਕੱਟਣਾ ਤੇ ਉਹਦੀਆਂ ਵੀ ਤੁਸੀਂ ਵੋਟਾਂ ਪਾ ਕੇ ਦੇਖ ਲਓ ਵੀ ਕੀ ਲੋਕ ਕਹਿ ਰਹੇ ਆ ਤੁਹਾਨੂੰ। ਹੋ ਸਕਦਾ
ਜਿੰਨੇ ਤੁਸੀਂ ਪੈਸੇ ਕੱਟੇ ਹੈ ਹੋ ਸਕਦਾ ਉਹ ਵੀ ਥੋੜ੍ਹੇ ਹੋਣ। ਉਹ ਇੱਕ ਵੀਰ ਦੀ ਵੀਡੀਓ ਆਈ ਹੈ, ਉਹਨੇ ਕਿਹਾ ਵੀ ਅਸੀਂ ਸਾਰੀਆਂ ਪੈਨਸ਼ਨਾਂ ਦੇਣ ਨੂੰ ਤਿਆਰ ਹੈ। ਤੇ ਜੇ ਕੋਈ ਦੇਸ਼ 'ਤੇ ਮੁਸੀਬਤ ਆਈ ਹੈ ਤੇ ਤੁਸੀਂ ਜਿਹੜੇ ਅਹੁਦੇਦਾਰ ਹੈ ਉਹਨਾਂ ਨਾਲ ਲਿੰਕ ਕਰੋ, ਉਹਨਾਂ ਨੂੰ ਪੁੱਛੋ ਵੀ ਅਸੀਂ ਤੁਹਾਡੀ ਹੈਲਪ ਲੈਣੀ ਹੈ ਤੇ ਕਿਹੜੇ ਤਰੀਕੇ ਅਸੀਂ ਜਵਾਨਾਂ ਆਪਣੇ ਦੇਸ਼ ਦੇ ਵਾਸਤੇ ਕਿਹੜੇ ਡਿਸੀਜਨ ਲੈ ਸਕਦੇ ਹਾਂ। ਤੁਸੀਂ ਸਰਕਾਰਾਂ ਆਪਣੀ ਮਰਜ਼ੀ ਨਾਲ ਕਿਸੇ ਚੰਦ ਬੰਦਿਆਂ ਦੇ ਕਹਿਣ 'ਤੇ ਉੱਥੇ ਇੱਕ ਵਨ ਸਾਈਡ ਡਿਸੀਜਨ ਲੈ ਲੈਂਦੇ ਆ ਤੇ ਲੋਕਾਂ ਨੂੰ ਫਿਰ ਕੋਰਟ 'ਚ ਜਾਣਾ ਪੈਂਦਾ ਹੈ। ਇਹ ਜਿਹੜੀ ਕੋਰਟ ਵਾਲੀ ਭੂਮਿਕਾ ਈ ਇਹ ਫੌਜੀਆਂ ਦੇ ਵਾਸਤੇ ਇਹ ਬੰਦ ਕਰ ਲੋਗੇ, ਸਰਕਾਰਾਂ ਬੰਦ ਕਰ ਲੈਣਗੀਆਂ ਤੇ ਚੰਗੀ ਗੱਲ ਹੈ। ਨਹੀਂ ਤੇ ਜੇ ਫਿਰ ਕੋਰਟਾਂ 'ਤੇ ਡਿਸੀਜਨ ਲੈਣੇ ਸ਼ੁਰੂ ਹੋ ਗਏ ਲੋਕ ਤੇ ਇਹ ਬਹੁਤ ਮੁਸ਼ਕਲ ਹੋ ਜਾਣੀ ਆ ਦੇਸ਼ ਪ੍ਰਤੀ। ਤੇ ਫੌਜੀ ਜਵਾਨ ਦੀ ਤੇ ਪਹਿਲੀ ਜਿਹੜੀ ਲਾਈਫ ਹੈ ਉਹ ਤੇ ਵੈਸੇ ਹੀ ਦੇਸ਼ ਨਾਲ ਜੁੜੀ ਹੁੰਦੀ ਹੈ। ਤੁਸੀਂ ਤੇ ਇੱਕ ਡੀਏ ਦੀ ਗੱਲ ਕੀਤੀ ਹੈ, ਹੋ ਸਕਦਾ ਜੇ ਤੁਸੀਂ ਆਪਣੀ ਮੁਸ਼ਕਲਾਂ ਦੱਸਦੇ ਤੇ ਹੋ ਸਕਦਾ ਤੁਹਾਨੂੰ ਜਵਾਨ ਪੂਰੀ ਆਪਣੀ ਪੈਨਸ਼ਨ ਵੀ ਦੇ ਦਿੰਦੇ। ਹੋ ਸਕਦਾ ਜੋ ਕਿਰਤ ਕਮਾਈ ਕਰਦੇ ਆ ਉਹਦੇ ਵਿੱਚੋਂ ਵੀ ਉਹ ਤੁਹਾਨੂੰ ਕੁਝ ਦੇ ਦਿੰਦੇ। ਪੰਜਾਬ ਦੇ ਲੋਕਾਂ ਦੇ ਸੁਭਾਅ ਦੇ ਬਾਰੇ ਸਾਰੀਆਂ ਸਰਕਾਰਾਂ ਚੰਗੀ ਤਰ੍ਹਾਂ ਜਾਣੂ ਹੈ ਤੇ ਹਰ ਬੰਦਾ ਇੱਥੇ ਸੁੱਖ ਦੀ ਰੋਟੀ ਮਹਾਰਾਜ ਦੀ ਕਿਰਪਾ ਨਾਲ ਖਾ ਰਿਹਾ ਹੈ। ਤੇ ਇਹ ਗੱਲ ਸਰਕਾਰਾਂ ਨੂੰ ਵੀ ਪਤਾ ਹੈ ਕਿ ਪੰਜਾਬ ਸਟੇਟ ਨੂੰ ਕਿਹੜੀਆਂ ਨਿਗਾਹ ਨਾਲ ਦੇਖਿਆ ਜਾਂਦਾ ਹੈ। ਜਦੋਂ ਕਈ ਵਾਰੀ ਕਿ ਅਫਸਰ ਕੋਲੋਂ ਕਿ ਪੰਜਾਬ ਵਾਸਤੇ ਚੀਜ਼ ਮੰਗਣ ਜਾਈਦਾ, ਉਹ ਕਹਿੰਦਾ ਹੈ ਕਿ ਪੰਜਾਬ ਤੇ ਰਿਚ ਸਟੇਟ ਹੈ, ਇੱਥੇ ਤਾਂ ਲੋੜ ਹੀ ਨਹੀਂ ਹੈ। ਕਿਉਂ? ਇਹਨਾਂ ਨੇ ਦੇਸ਼ ਭਗਤੀ ਨਹੀਂ ਕੀਤੀ, ਜਾਂ ਇਹਨਾਂ ਨੇ ਸੇਵਾ ਨਹੀਂ ਕੀਤੀ, ਜਾਂ ਇਹਨਾਂ ਦੇ ਬੱਚੇ ਹੈ ਨਹੀਂ ਗੇ, ਜਾਂ ਇਹਨਾਂ ਨੇ ਘਰ ਬਹਿ ਕੇ ਤੁਹਾਡੇ ਕੋਲੋਂ ਕੁਝ ਮੰਗ ਰਹੇ ਆ। ਇਹ ਜਿਹੜੀਆਂ ਚੀਜ਼ਾਂ ਹੀ ਇਹ ਬਹੁਤ ਧਿਆਨ ਰੱਖਣ ਵਾਲੀਆਂ ਚੀਜ਼ਾਂ ਵੀ ਤੁਸੀਂ ਘੱਟੋ ਘੱਟ ਕੁਝ ਕੱਟਣਾ, ਕੁਝ ਲੈਣਾ, ਪਹਿਲਾਂ ਤੁਸੀਂ ਜਵਾਨਾਂ ਦੀ ਗੱਲ ਸੁਣੋ ਤੇ ਫਿਰ ਤੁਸੀਂ ਆਪਣੇ ਡਿਸੀਜਨ ਲਓ। ਜੇ ਤੁਸੀਂ ਵੋਟਾਂ ਜਿੱਤ ਕੇ ਇੱਥੇ ਗਏ ਆ ਤੇ ਹੋ ਸਕਦਾ ਤੁਹਾਨੂੰ ਵੱਧ ਵੋਟਾਂ ਪਾ ਕੇ ਤੁਹਾਨੂੰ ਹੋਰ ਵੀ ਕੁਝ ਜਵਾਨ ਦੇ ਸਕਦੇ ਆ, ਪਰ ਤੁਸੀਂ ਜਵਾਨਾਂ ਦਾ ਜੇ ਦਿਲ ਹੀ ਦਿਖਾ ਦਿੱਤਾ, ਆਪਣੀ ਮਰਜ਼ੀ ਨਾਲ ਹੀ ਤੁਸੀਂ ਸਾਰਾ ਕੁਝ ਕਰੀ ਜਾਣਾ ਤੇ ਇਹ ਫਿਰ ਜਵਾਨ ਫਿਰ ਕੋਰਟਾਂ 'ਚ ਹੀ ਜਾਣਗੇ ਤੇ ਕੋਰਟਾਂ ਵਿੱਚੋਂ ਉਹ ਫਿਰ ਸਾਰੇ ਡਿਸੀਜਨ ਸਰਕਾਰਾਂ ਦੇ ਹੱਕ 'ਚ ਨਹੀਂ ਜਾਂਦੇ, ਉਹ ਇਨਸਾਨੀਅਤ ਦੇ ਹੱਕ 'ਚ ਕੋਰਟਾਂ ਫਿਰ ਚੱਲਦੀਆਂ ਹੀ। ਇਹ ਸਾਰਿਆਂ ਮੇਰੇ ਵੀਰਾਂ ਨੂੰ ਇਹ ਗੱਲ ਦੀ ਜਾਣਕਾਰੀ ਹੈ। ਇਨਸਾਨੀਅਤ ਵੀ ਜੇ ਅਸੀਂ ਮੰਗਣੀ ਆ ਕੋਰਟਾਂ ਕੋਲੋਂ ਹੀ ਜਾ ਕੇ ਤੇ ਫਿਰ ਤੁਹਾਨੂੰ ਸਰਕਾਰਾਂ ਨੂੰ ਵੋਟਾਂ ਪਾ ਕੇ ਸਾਨੂੰ ਇੱਥੇ ਬਿਠਾਲਣ ਦੀ ਕੀ ਲੋੜ ਹੈ। ਇਹ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਕੋਈ ਵੀ ਇੱਦਾਂ ਦਾ ਡਿਸੀਜਨ ਲੈਣਾ ਤੇ ਸੋਚ ਸਮਝ ਕੇ ਲਓ, ਕਿਉਂ ਹਜੇ ਕੋਈ ਇੱਦਾਂ ਦੀ ਨੌਬਤ ਨਹੀਂ ਹੈ ਕਿ ਤੁਸੀਂ ਪੰਜਾਬ ਸਰਕਾਰ ਦੇ ਵੀ ਪੈਸੇ ਕੱਟ ਲਵੋ, ਸੈਂਟਰ ਸਰਕਾਰ ਦੇ ਵੀ ਪੈਸੇ ਕੱਟ ਲਵੋ। ਮੁਲਾਜ਼ਮ ਵਿਚਾਰੇ ਇਸ ਵੇਲੇ ਕੀ ਹਾਲਾਤਾਂ ਨਾਲ ਡਿਊਟੀਆਂ ਕਰ ਰਹੇ ਆ। ਹਰ ਬੰਦਾ ਮੌਤ ਤੋਂ ਡਰ ਰਿਹਾ ਹੀ, ਪਰ ਮੁਲਾਜ਼ਮ ਭਾਵੇਂ ਸਰਕਾਰ ਪੰਜਾਬ ਪੁਲਿਸ ਦਾ ਹੋਵੇ, ਭਾਵੇਂ ਕੋਈ ਸਿਵਲੀਅਨ ਵੀਰ ਹੋਵੇ, ਕੋਈ ਵੀ ਜਿਹੜਾ ਮੁਲਾਜ਼ਮ ਹੈ ਉਹ ਕਿੰਨੇ ਰਿਸਕ ਵਿੱਚ ਇਸ ਲਈ ਆਪਣੀ ਜਾਨ ਪਾ ਕੇ ਤੇ ਉਹ ਸੇਵਾ ਕਰ ਰਿਹਾ ਹੈ। ਇੱਕ ਗੱਲ ਮੈਂ ਹੋਰ ਵੀਰਾਂ ਦੀ ਧਿਆਨ ਵਿੱਚ ਅਫਸਰ ਸਾਹਿਬਾਨਾਂ ਨੂੰ ਇੱਕ ਧਿਆਨ ਦਿਵਾਉਣ ਜਾ ਰਿਹਾ ਹਾਂ। ਜਿੰਨੇ ਵੀ ਥਾਣੇ ਜਾਂ ਕੋਈ ਵੀ ਅਦਾਰੇ ਹੈ ਜਿੱਥੇ ਉਹਨਾਂ ਦੇ ਇੰਚਾਰਜ ਹੈ, ਇਹ ਜਿਹੜਾ ਸੁਸਾਈਡ ਵਾਲੇ ਕੇਸ ਵੱਧ ਰਹੇ ਹੈ, ਇਹ ਕਿਉਂ ਵੱਧ ਰਹੇ ਹੈ? ਇਹ ਫੋਰਸਾਂ ਵਿੱਚ ਕਿਉਂ ਸੁਸਾਈਡਾਂ ਹੋ ਰਹੀਆਂ? ਫੌਜੀ ਦੇ ਹੱਥ ਗੰਨ ਦਿੱਤੀ ਹੈ ਦੁਸ਼ਮਣ ਨੂੰ ਮਾਰਨ ਲਈ, ਪਰ ਜਦੋਂ ਕੋਈ ਫੌਜੀ ਜਾਂ ਕੋਈ ਵੀ ਮੁਲਾਜ਼ਮ ਸੁਸਾਈਡ ਕਰਦਾ ਉਹਦੇ ਕੋਈ ਕਾਰਨ ਹੁੰਦੇ ਆ। ਇਹਦੇ ਵੱਲ ਸੀਨੀਅਰ ਅਫਸਰਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਇਹ ਜਵਾਨ ਨੇ ਸੁਸਾਈਡ ਕਿਉਂ ਕੀਤੀ ਹੈ, ਉਹਨੂੰ ਕੀ ਪਰੇਸ਼ਾਨੀ ਹੈ, ਉਹਦੇ ਇੰਚਾਰਜ ਨਾਲ ਲਿੰਕ ਕੀਤੇ ਜਾਣ। ਪਰ ਇੱਥੇ ਕੁਝ ਹੋਰ ਹੈ। ਇੰਚਾਰਜ ਅੰਦਰ ਜਾ ਕੇ ਅਫਸਰਾਂ ਨੂੰ ਪਤਾ ਨਹੀਂ ਕੀ ਕਹਿ ਦਿੰਦੇ ਆ, ਕੋਈ ਵੀ ਹੋਵੇ, ਤੇ ਉਹੀ ਅਫਸਰ ਵੀ ਪਤਾ ਨਹੀਂ ਉਹ ਵਿਚਾਰਿਆਂ ਦੀ ਕੀ ਮਜਬੂਰੀਆਂ ਹੁੰਦੀਆਂ ਸੀ ਕਿ ਜਿਹੜੀਆਂ ਉਹਨਾਂ ਨੂੰ ਇੰਚਾਰਜਾਂ ਦੀਆਂ ਸੁਣਨੀਆਂ ਪੈਂਦੀਆਂ ਸੀ। ਤੇ ਉਹ ਜਿਹੜਾ ਜਵਾਨ ਹੈ ਉਹਦੀ ਸੁਣਵਾਈ ਨਹੀਂ ਹੋ ਰਹੀ, ਉਹਦੇ ਫਿਰ ਸੁਸਾਈਡ ਦੇ ਕੇਸ ਬਣਦੇ ਆ। ਸੁਸਾਈਡ ਫਿਰ ਜਵਾਨ ਕਰਦਾ ਵੀ ਜੇ ਮੇਰੀ ਕੋਈ ਅਫਸਰ ਵੀ ਨਹੀਂ ਸੁਣ ਰਿਹਾ ਤੇ ਅੱਜ ਫਿਰ ਮੈਂ ਕੀ ਡਿਸੀਜਨ ਲਵਾਂ, ਵੀ ਉਹ ਫਿਰ ਦੁਖੀ ਹੋ ਕੇ ਸੁਸਾਈਡ ਕਰ ਲੈਂਦਾ ਹੈ।
ਜੇ ਕਿਸੇ ਜਵਾਨ ਨੂੰ ਛੁੱਟੀ ਨਹੀਂ ਮਿਲਦੀ ਉਹ ਤਾਂ ਸੁਸਾਈਡ ਕਰ ਰਿਹਾ। ਛੁੱਟੀ ਕਿਉਂ ਨਹੀਂ ਮਿਲਦੀ ਜਦੋਂ ਸਰਕਾਰਾਂ ਨੇ ਸਾਰਾ ਕੁਝ ਦਿੱਤਾ ਅੱਜ ਤੇ? ਬਹੁਤ ਚੀਜ਼ਾਂ ਧਿਆਨ ਵਿੱਚ ਰੱਖਣ ਵਾਲੀਆਂ ਏ। ਇਹ ਸੁਸਾਈਡ ਵਾਲੇ ਕੇਸ ਜੇ ਐਦਾਂ ਹੀ ਪੁਲਿਸ ਦੁਖੀ ਹੁੰਦੀ ਰਹੀ, ਫੋਰਸਾਂ ਦੁਖੀ ਹੁੰਦੀਆਂ ਰਹੀਆਂ, ਤੇ ਇਹਦੇ ਰਿਜ਼ਲਟ ਕੋਈ ਚੰਗੇ ਨਹੀਂ ਆਉਣੇ। ਪੰਜਾਬ ਦੇ ਮੁਲਾਜ਼ਮ ਹੋਣ ਜਾਂ ਪੈਰਾਮਿਲਟਰੀ ਦੇ ਹੋਣ ਜਾਂ ਸੈਨਾ ਦੇ ਹੋਣ, ਇਹ ਜਿਹੜੀਆਂ ਦੁਖਦਾਊ ਘਟਨਾ ਹੋ ਰਹੀਆਂ ਇਹ ਬੰਦ ਹੋਣੀਆਂ ਚਾਹੀਦੀਆਂ। ਤੇ ਕੋਈ ਵੀ ਜੇ ਫੈਸਲਾ ਲੈਣਾ ਤੇ ਪਹਿਲਾਂ ਉਹਦੇ ਬਾਰੇ 20 ਵਾਰੀ ਸੋਚੋ। ਪਿਛਲੇ ਦਿਨਾਂ 'ਚ ਪੰਜਾਬ ਪੁਲਿਸ ਨਾਲ ਵੀ ਇੱਦਾਂ ਹੋਇਆ ਸੀ, ਹੁਣ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨਾਲ ਤੇ ਸੈਨਾ ਨਾਲ ਹੋ ਰਿਹਾ ਹੈ। ਇਹ ਚੀਜ਼ਾਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਆ। ਮੇਰੀ ਸਰਕਾਰਾਂ ਨੂੰ ਇਹੀ ਬੇਨਤੀ ਹੈ। ਜੈ ਹਿੰਦ।